ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਬਾਣੀ ਗੌੜੀ ਕੀ ਵਾਰ ਮਹੱਲੇ ਚੌਥੇ ਦੀ। ਉਸ ਦਿਨ ਆਪਾਂ 3 4 ਦਿਨ ਪਹਿਲਾਂ ਆਪਾਂ ਵਿਚਾਰ ਕੀਤੀ ਸੀ ਸ਼ਾਮ ਦੀ, ਕਿਉਂਕਿ ਫਿਰ ਬਾਹਰ ਗਏ ਸੀ, ਉਸ ਸਮੇਂ ਆਪਣੀ ਵਿਚਾਰ ਨਹੀਂ ਹੋ ਸਕੀ, ਜੋ ਕਿ ਆਪਾਂ ਤਰਤੀਬਵਾਰ ਲੜੀਵਾਰ ਵਿਚਾਰ ਕਰ ਰਹੇ ਸੀ। ਸੋ ਜੋ ਆਪਾਂ ਅਖੀਰਲੇ ਦਿਨ ਵਿਚਾਰ ਕੀਤੀ ਸੀ, ਉਸ ਦਿਨ ਕਿਤੇ ਬਾਹਰ ਸੀ, ਉੱਥੇ ਨੈੱਟ ਦੀ ਪ੍ਰੋਬਲਮ ਸੀ, ਇਸ ਕਰਕੇ ਨੈੱਟ ਰੁਕਦਾ ਸੀ ਬਹੁਤ। ਤੇ ਉਹ ਫਿਰ ਗੁਰਮੁਖ ਕਹਿਣ ਲੱਗੇ ਵੀ ਆਪਾਂ ਉੱਥੋਂ ਦੁਬਾਰਾ ਸ਼ੁਰੂ ਕਰਨੀ ਹੈ, ਕਿ ਉਹ ਵਿਚਾਰ ਦੁਬਾਰਾ ਕਰਨੀ ਹੈ, ਕਿਉਂਕਿ ਨੈੱਟ ਬਹੁਤ ਰੁਕਦਾ ਸੀ, ਇਸ ਕਰਕੇ ਉਹ ਸਹੀ ਰਿਕਾਰਡ ਨਹੀਂ ਹੋਈ। ਆਓ ਆਪਾਂ ਫਿਰ ਉਸ ਨੂੰ ਅੱਜ ਵਿਚਾਰਦੇ ਹਾਂ। ਸ਼ਲੋਕ ਮਹੱਲਾ ਚੌਥਾ। ਮਹੱਲੇ ਚੌਥੇ ਦਾ ਸ਼ਲੋਕ ਹੈ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੈ ਤੇਹਾ ਫਲ ਪਾਏ। ਜੋ ਧਰਤੀ ਹੈ, ਜਿਵੇਂ ਸੰਸਾਰਿਕ ਇਹ ਧਰਤੀ ਹੈ, ਇਸ ਦੇ ਵਿੱਚ ਆਪਾਂ ਜਿਹਾ ਜਿਹਾ ਬੀਜਾਂਗੇ ਉਹੋ ਜਿਹਾ ਫਲ ਮਿਲੇਗਾ। ਇੱਦਾਂ ਹੀ ਜੋ ਸਾਡਾ ਹਿਰਦਾ ਰੂਪੀ ਧਰਤੀ ਹੈ, ਜਿੱਥੇ ਸਤਿਗੁਰੂ ਵਸਦਾ ਹੈ, ਜਿਸ ਨੂੰ ਅਸੀਂ ਭੁੱਲ ਚੁੱਕੇ ਹਾਂ, ਲੇਕਿਨ ਮਨ ਸਾਡਾ ਉੱਥੇ ਇਹ ਬੀਜ ਬੀਜਦਾ ਹੈ। ਜੇ ਹਿਰਦੇ ਵਿੱਚ ਨਾਮ ਦਾ ਬੀਜ ਬੀਜਾਂਗੇ ਤੇ ਨਾਮ ਉੱਗੇਗਾ, ਨਾਮ ਦਾ ਬੂਟਾ ਲੱਗੇਗਾ, ਨਾਮ ਦਾ ਫਲ ਲੱਗੇਗਾ। ਤੇ ਜੇ ਅਸੀਂ ਵਿਖ ਬੀਜਾਂਗੇ ਤੇ ਵਿਖ ਹੀ ਉੱਗੇਗੀ, ਵਿਖ ਹੀ ਫਲ ਲੱਗੇਗਾ, ਵਿਖ ਹੀ ਸਾਨੂੰ ਵੱਢਣਾ ਪਏਗਾ। ਇਸ ਕਰਕੇ ਇਹ ਧਰਮ ਹੈ ਸਤਿਗੁਰ ਧਰਤੀ, ਮਿੱਥਰ ਸੰਸਾਰਿਕ ਧਰਤੀ ਵੀ ਹੈ। ਇਹਦੇ ਵਿੱਚ ਜਿਹਾ ਜਿਹਾ ਬੀਜਾਂਗੇ ਉਹੋ ਜਿਹਾ ਪੈਦਾ ਹੋਏਗਾ। ਇੱਦਾਂ ਹੀ ਸਤਿਗੁਰ ਦੇ ਵਿੱਚ ਵੀ ਜਿਹਾ ਜਿਹਾ ਅਸੀਂ ਬੀਜਾਂਗੇ ਉਹੋ ਜਿਹਾ ਸਾਨੂੰ ਪ੍ਰਾਪਤ ਹੋਏਗਾ। ਗੁਰ ਸਿੱਖੀ ਅੰਮ੍ਰਿਤ ਬੀਜਿਆ, ਤਿਨ ਅੰਮ੍ਰਿਤ ਫਲ ਹਰ ਪਾਏ। ਜੇ ਗੁਰ ਦੀ ਸਿੱਖ ਲੈ ਕੇ ਆਪਾਂ ਹਿਰਦੇ 'ਚ ਵਸਾ ਲਾਂਗੇ ਤੇ ਉਹ ਅੰਮ੍ਰਿਤ ਹੈ, ਨਾਮ ਹੈ, ਤੇ ਉਸ ਦਾ ਫਲ ਫਿਰ ਸਾਨੂੰ ਅੰਮ੍ਰਿਤ ਮਿਲੇਗਾ। ਜਿਨ੍ਹਾਂ ਨੇ ਗੁਰ ਦੀ ਸਿੱਖ ਲੈ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਲਈ, ਉਹਨਾਂ ਨੂੰ ਫਲ ਕੀ ਪ੍ਰਾਪਤ ਹੋਇਆ? ਅੰਮ੍ਰਿਤ। ਤਿੰਨ ਅੰਮ੍ਰਿਤ ਫਲ ਹਰ ਪਾਏ। ਅੰਮ੍ਰਿਤ ਫਲ ਪ੍ਰਾਪਤ ਹੋ ਗਿਆ, ਜਿਹਦੇ ਦੁਆਰਾ ਸਾਨੂੰ ਹਰੀ ਦੀ ਪ੍ਰਾਪਤੀ ਹੁੰਦੀ ਹੈ, ਜਾਂ ਹਰੀ ਸਾਨੂੰ ਅੰਮ੍ਰਿਤ ਫਲ ਬਖਸ਼ਿਸ਼ ਕਰਦਾ ਹੈ। ਉਹਨਾਂ ਹਲਤ ਪਲਤ ਮੁਖ ਉਜਲੇ, ਓਏ ਹਰ ਦਰਗਹਿ ਸੱਚੀ ਪੈਨ ਆਏ। ਫਿਰ ਜਿਨ੍ਹਾਂ ਨੇ ਗੁਰ ਦੀ ਸਿੱਖ ਲੈ ਕੇ ਹਿਰਦੇ 'ਚ ਵਸਾਈ, ਤੇ ਉਹਨਾਂ ਦੇ ਮੁਖ ਵੀ ਉਜਲ ਹੋ ਗਏ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਜਦੋਂ ਵੀ ਦੇਖਾਂਗੇ ਮੁਖ ਉਜਲ ਹੋਏਗਾ। ਉਹ ਹਰ ਦਰਗਾਹ ਸੱਚੀ ਪਹਿਨਾਏ।
ਉਹ ਸੱਚੀ ਦਰਗਾਹ ਦੇ ਵਿੱਚ, ਹਰੀ ਦੀ ਵਿੱਚ ਉਹਨਾਂ ਨੂੰ ਪਨਾਹ ਮਿਲ ਗਈ, ਉਹਨਾਂ ਨੂੰ ਥਾਂ ਮਿਲ ਗਈ, ਉਹਨਾਂ ਦਾ ਆਵਣ ਜਾਵਣ ਹੋ ਗਿਆ ਉਸ ਦਰਗਾਹ ਦੇ ਵਿੱਚ, ਜੋ ਇੱਕ ਛਿਨ ਵਿੱਚ ਇਸ ਲੋਕ ਦੇ ਵਿੱਚ, ਇੱਕ ਛਿਨ ਦੇ ਵਿੱਚ ਦਰਗਾਹ ਦੇ ਵਿੱਚ। ਤੇ ਇੱਧਰ ਵੀ ਮੁਖ ਉਜਲੇ ਤੇ ਉੱਥੇ ਵੀ ਮੁਖ ਉਜਲੇ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ। ਤੇ ਕੈਸੇ ਨੇ ਜਿਨ੍ਹਾਂ ਦੇ ਅੰਦਰ ਖੋਟ ਹੈ, ਕਪਟ ਹੈ, ਉਹ ਖੋਟ ਕਮਾਉਂਦੇ ਨੇ। ਉਹ ਜਿਹਾ ਬੀਜੇ ਤਿਹਾ ਫਲ ਖਾਏ। ਹੁਣ ਜੇ ਉਹ ਖੋਟ ਬੀਜਣਗੇ ਤੇ ਪ੍ਰਾਪਤ ਵੀ ਖੋਟ ਹੀ ਹੋਏਗੀ, ਉਹਨਾਂ ਨੂੰ ਅੰਮ੍ਰਿਤ ਫਲ ਨਹੀਂ ਮਿਲੇਗਾ। ਜਾ ਸਤਿਗੁਰ ਸਰਾਪ ਨਦਰ ਕਰ ਦੇਖੈ, ਸੁਆਵ ਗੀਰ ਸਭ ਉਗੜ ਆਏ। ਜਦੋਂ ਫਿਰ ਸਤਿਗੁਰ ਨਦਰ ਕਰਕੇ ਦੇਖਦਾ ਹੈ, ਕਿਉਂਕਿ ਉਸ ਤੋਂ ਕੁਛ ਵੀ ਛੁਪਾਇਆ ਨਹੀਂ ਜਾ ਸਕਦਾ, ਉਹ ਸਰਾਪ ਹੈ, ਉਸ ਨੂੰ ਪਰਖ ਹੈ, ਘਟ ਘਟ ਕੇ ਅੰਤਰ ਕੀ ਜਾਣਤ ਹੈ। ਤੇ ਉੱਥੇ ਫਿਰ ਸੁਆਵਗੀਰ ਜਿਹੜੇ ਆਪਣੇ ਸਿਰਫ ਸੰਸਾਰਿਕ ਸੁਆਵਾਂ ਦੇ ਵਾਸਤੇ ਆਉਂਦੇ ਨੇ, ਉੱਥੇ ਫਿਰ ਉਗੜ ਆਉਂਦੇ ਨੇ। ਉੱਥੇ ਫਿਰ ਗਿਆਨ ਹੋ ਜਾਂਦਾ ਹੈ ਕਿ ਕਿਹਨਾਂ ਦਾ ਸੁਆਵ ਕਿਹੋ ਜਿਹਾ ਹੈ, ਕਿਹਨਾਂ ਦਾ ਮਨੋਰਥ ਕੀ ਹੈ, ਕਿਹਨਾਂ ਦਾ ਮਨੋਰਥ ਕੀ ਹੈ। ਕੋਈ ਕੱਚੇ ਧਨ ਦੇ ਮਨੋਰਥ ਨਾਲ ਆਉਂਦੇ, ਕੋਈ ਸੱਚੇ ਧਨ ਦੇ ਮਨੋਰਥ ਨਾਲ ਆਉਂਦੇ ਨੇ। ਇੱਕ ਗੁਰ ਦੀ ਸਿੱਖ ਲੈਣ ਵਾਸਤੇ ਆਉਂਦੇ, ਹਿਰਦੇ 'ਚ ਗੁਰਸਿੱਖੀ ਬੀਜਣੀ ਹੈ, ਗੁਰ ਦੀ ਸਿੱਖ ਨੂੰ ਵਸਾਉਣਾ ਹੈ। ਤੇ ਇੱਕ ਨੂੰ ਸੰਸਾਰਿਕ ਵਸਤਾਂ। ਇਸ ਕਰਕੇ ਪਰਮੇਸ਼ਰ ਦੇ ਕੋਲ, ਸਤਿਗੁਰ ਦੇ ਕੋਲ ਐਸਾ ਕੁਛ ਵੀ ਨਹੀਂ ਛਿਪਦਾ। ਉਹ ਜਿਹਾ ਚਿਤਵੈ ਨਿਤ ਤਿਹਾ ਪਾਇਨ, ਉਹ ਤੇ ਹੋ ਜੇ ਦੇ ਬਜਾਏ। ਕਿਉਂਕਿ ਜੋ ਉਹਨਾਂ ਦੇ ਚਿੱਤ ਵਿੱਚ ਹੈ ਉਹ ਪ੍ਰਭੂ ਜਾਣਦਾ ਹੈ, ਉੱਥੇ ਉਗੜ ਆਉਂਦਾ ਹੈ ਸਾਰਾ ਕੁਛ। ਉਹ ਹੈ ਜੇ ਉਹਨਾਂ ਨੂੰ ਫਲ ਪ੍ਰਾਪਤ ਹੋਣਾ ਹੈ, ਉਹ ਜੇ ਉਹਨਾਂ ਨੂੰ ਬਜਾ ਦਿੰਦਾ, ਉਹ ਜੇ ਉਹਨਾਂ ਨੂੰ ਗਿਆਨ ਦੇ ਦਿੰਦਾ ਹੈ, ਉਹੀ ਜੀ ਮਤ ਬਖਸ਼ ਦਿੰਦਾ ਹੈ। ਨਾਨਕ ਦੂਹੀ ਸ੍ਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲਤ ਸਬਾਏ। ਦੋ ਹੀ ਸ੍ਰੀ ਆਪ ਵਰਤਦਾ ਹੈ। ਲੋਕ ਤੇ ਪਰਲੋਕ ਹਰ ਥਾਂ ਤੇ ਹੈ। ਜਿਨ੍ਹਾਂ ਨੂੰ ਪਰਲੋਕ ਦਾ ਵਸਤੂ ਚਾਹੀਦੀ ਹੈ, ਉਹਨਾਂ ਨੂੰ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਲੋਕ ਦੀਆਂ ਵਸਤਾਂ ਚਾਹੀਦੀਆਂ ਨੇ, ਉਹਨਾਂ ਨੂੰ ਲੋਕ ਦੀਆਂ ਵਸਤਾਂ ਤਾਂ ਮਿਲ ਜਾਂਦੀਆਂ, ਪਰ ਪਰਲੋਕ ਦੀ ਵਸਤੂ ਨਹੀਂ ਮਿਲਦੀ। ਜਿਨ੍ਹਾਂ ਨੂੰ ਪਰਲੋਕ ਦੀ ਵਸਤੂ ਚਾਹੀਦੀ ਹੈ, ਉਹਨਾਂ ਨੂੰ ਪਰਲੋਕ ਦੀ ਵਸਤੂ ਵੀ ਮਿਲ ਜਾਂਦੀ ਹੈ ਤੇ ਲੋਕ ਦੀਆਂ ਵਸਤਾਂ ਵੀ ਮਿਲ ਜਾਂਦੀਆਂ ਨੇ। ਕਿਉਂਕਿ ਉਹ ਆਪ ਉਸਦੇ ਇਚਲਤ ਨੇ, ਉਹ ਆਪ ਕਰ ਕਰਕੇ ਦੇਖਦਾ ਹੈ, ਉਸ ਤੋਂ ਕੁਛ ਵੀ ਛੁਪਾਇਆ ਨਹੀਂ ਜਾ ਸਕਦਾ, ਹਰ ਥਾਂ ਤੇ ਮੌਜੂਦ ਹੈ। ਅਗਲਾ ਸ਼ਬਦ ਹੈ ਫਿਰ ਮਹੱਲੇ ਚੌਥੇ ਦਾ, ਇੱਕ ਮਨ ਇੱਕ ਵਰਤਦਾ, ਜਿਤ ਲੱਗੈ ਸੋ ਥਾਏ ਪਾਏ। ਹੁਣ ਪਰਮੇਸ਼ਰ ਹਰ ਥਾਂ ਹੈ। ਜਿਹੜੇ ਜੀਵ ਇੱਕ ਮੰਨ ਕੇ ਹੋ ਕੇ ਦੇਖਦੇ ਨੇ, ਉਸ ਨਾਲ ਜੁੜਦੇ ਨੇ, ਉਸ ਨੂੰ ਹਰ ਥਾਂ ਵਰਤਦਾ ਦੇਖਦੇ ਨੇ, ਉਹ ਹਰ ਥਾਂ ਹੈ, ਮੌਜੂਦ ਹੈ। ਪਰ ਜਿਹੜੇ ਇੱਕ ਚਿੱਤ ਨਹੀਂ ਹੋ ਕੇ ਦੇਖਦੇ, ਉਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਇਸ ਕਰਕੇ ਜਿਹੋ ਜਿਹਾ ਜੀਵ ਕਰਦਾ ਹੈ, ਉਹ ਹੈ ਜਾਂ ਉਸ ਨੂੰ ਉਸ ਦਾ ਕੀਤਾ ਥਾਂ ਪੈਂਦਾ ਹੈ। ਕੋਈ ਗੱਲਾਂ ਕਰੇ ਘਨੇਰੀਆਂ, ਜੇ ਘਰ ਵਤ ਹੋਵੇ ਸਾਈ ਖਾਏ। ਜੇ ਕੋਈ ਗੱਲਾਂ ਤਾਂ ਬਹੁਤ ਕਰਦਾ ਹੋਵੇ, ਪਰ ਘਰ ਦੇ ਵਿੱਚ ਵਸਤੂ ਨਾ ਹੋਵੇ, ਫਿਰ ਉਹ ਵਸਤੂ ਨੂੰ ਕਿਵੇਂ ਖਾਏਗਾ? ਕਿਉਂਕਿ ਉਹੀ ਪ੍ਰਾਪਤ ਹੁੰਦੀ, ਉਹੀ ਖਾ ਸਕਦਾ ਜੋ ਸਾਡੇ ਘਰ ਵਿੱਚ ਪਈ ਹੈ।
ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਵਰਤਦੇ ਨੇ ਉਹਨਾਂ ਨੂੰ ਫਿਰ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਤੇ ਜਿਹੜੇ ਇੱਕ ਮਨ ਇੱਕ ਚਿੱਤ ਨਹੀਂ ਹੁੰਦੇ ਤੇ ਉਹਨਾਂ ਨੂੰ ਅੰਮ੍ਰਿਤ ਨਹੀਂ ਪ੍ਰਾਪਤ ਹੋ ਸਕਦਾ। ਚਾਹੇ ਗੱਲਾਂ ਤਾਂ ਬਹੁਤ ਕਰਦੇ ਨੇ, ਉਹਨਾਂ ਨੂੰ ਨਾਮ ਦੀ ਸੋਝੀ ਨਹੀਂ ਹੈ, ਕਿਉਂਕਿ ਉਹਨਾਂ ਇੱਕ ਮਨ ਇੱਕ ਚਿੱਤ ਹੋਣ ਦਾ ਜੋ ਗਿਆਨ ਹੈ, ਗੁਰ ਦਾ ਸ਼ਬਦ ਹੈ ਜੋ ਕਿ ਆਪ ਮਾਲਕ ਸਾਨੂੰ ਸੁਣਾਉਂਦਾ ਹੈ, ਉਹ ਉਹਨਾਂ ਨਹੀਂ ਲਿਆ। ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ। ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਵੀ ਗੱਲਾਂ ਦੇ ਨਾਲ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਇੱਕ ਗੱਲਾਂ ਕਰਦੇ ਨੇ ਬਹੁਤ, ਤੇ ਇੱਕ ਨੇ ਜਿਹੜੇ ਉਸ ਸ਼ਬਦ ਦਾ ਗਿਆਨ ਲੈਂਦੇ ਨੇ ਜੋ ਆਪ ਪਰਮੇਸ਼ਰ ਸਤਿਗੁਰ ਆਪਣੇ ਚਾਕਰਾਂ, ਆਪਣੇ ਸੇਵਕਾਂ ਦੇ ਰਸਨਾ ਤੋਂ ਸਾਨੂੰ ਦਿੰਦਾ ਹੈ, ਪਰ ਦਿੰਦਾ ਆਪ ਹੈ, ਕੋਈ ਇਨਸਾਨ ਨਹੀਂ ਦੇ ਸਕਦਾ। ਬਿਨ ਸਤਿਗੁਰ ਸੋਝੀ ਨਾ ਪਵੈ, ਅਹੰਕਾਰ ਨਾ ਵਿੱਚੋਂ ਜਾਏ। ਜਦ ਤੱਕ ਸਤਿਗੁਰ ਕਿਰਪਾ ਨਹੀਂ ਕਰਦਾ, ਸਾਨੂੰ ਇਹ ਗਿਆਨ ਨਹੀਂ ਦਿੰਦਾ, ਤੇ ਅਸੀਂ ਸੁਣ ਕੇ ਮੰਨਦੇ ਨਹੀਂ, ਸੱਚੇ ਦਿਲੋਂ ਕਰਦੇ ਨਹੀਂ, ਕਿਉਂਕਿ ਉਸਨੂੰ ਇਹ ਵੀ ਪਤਾ ਹੈ ਕਿ ਜੀਵ ਕਿਸ ਵਾਸਤੇ ਆਇਆ ਹੈ, ਕਿ ਇਸ ਨੂੰ ਵਿਸ਼ਵਾਸ ਹੈ ਜਾਂ ਨਹੀਂ ਹੈ। ਜਿਨ੍ਹਾਂ ਨੂੰ ਵਿਸ਼ਵਾਸ ਹੈ, ਕਿਉਂਕਿ ਉਸ ਤੋਂ ਆਪਾਂ ਲੁਕਾ ਨਹੀਂ ਸਕਦੇ, ਤੇ ਜਿਨ੍ਹਾਂ ਨੂੰ ਸੁਣ ਕੇ ਮੰਨ ਲੈਂਦੇ ਨੇ ਉਹਨਾਂ ਦਾ ਹੰਕਾਰ ਖਤਮ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ ਹੈ। ਤੇ ਜਿਹੜੇ ਨਹੀਂ ਮੰਨਦੇ ਉਹ ਹੰਕਾਰ ਦੇ ਵਿੱਚ ਹੀ ਫਸੇ ਰਹਿੰਦੇ ਨੇ, ਉਹਨਾਂ ਦੇ ਅੰਦਰ ਹਉਮੈ ਰਹਿੰਦੀ ਹੈ, ਤੇ ਹਉਮੈ ਦਾ ਐਸਾ ਕੰਡਾ ਹੈ ਉਹਨਾਂ ਦੇ ਚੁਭਦਾ ਰਹਿੰਦਾ ਹੈ। ਜਿਹਨੂੰ ਆਪਾਂ ਪੜ੍ਹਦੇ ਹਾਂ, ਹਰ ਜਨ ਹਰ ਹਰ, ਜਿਸ ਨੂੰ ਆਪਾਂ ਪੜ੍ਹਦੇ ਹਾਂ ਕਿ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਸਾਕਤ ਨੇ ਜਿਹੜੇ, ਉਹ ਹਰੀ ਦੇ ਰਸ ਨੂੰ ਨਹੀਂ ਜਾਣਦੇ, ਹਰੀ ਦੇ ਸਵਾਦ ਨੂੰ ਨਹੀਂ ਜਾਣਦੇ, ਤੇ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੈ, ਕਿਉਂਕਿ ਜਦ ਤੱਕ ਹਉਮੈ ਹੈ ਰਸ ਨਹੀਂ ਆ ਸਕਦਾ। ਉਹ ਜਿਉ ਜਿਉ ਚਲਾ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਡੰਡਾ ਹੈ। ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਾ ਹੈ ਕਰ ਕਰ ਮੰਗਾਏ। ਜਿਹੜੇ ਹੰਕਾਰੀ ਲੋਕ ਨੇ ਉਹਨਾਂ ਨੂੰ ਦੁੱਖ ਹੈ, ਉਹ ਦੁਖੀ ਰਹਿੰਦੇ ਨੇ। ਕਿਉਂ ਰਹਿੰਦੇ ਨੇ? ਕਿ ਉਹ ਤ੍ਰਿਪਤ ਨਹੀਂ ਹੁੰਦੇ, ਉਹਨਾਂ ਨੂੰ ਸੰਤੋਖ ਨਹੀਂ ਆਉਂਦਾ, ਕਿਉਂਕਿ ਸੰਤੋਖ ਮਾਲਕ ਨੇ ਚੌਥੇ ਪਦ ਵਿੱਚ ਰੱਖਿਆ ਹੈ। ਤਿੰਨ ਵਸਤੂਆਂ ਜੋ ਮਾਲਕ ਨੇ ਪਰੋਸ ਕੇ ਰੱਖੀਆਂ ਨੇ, ਇੱਕ ਸੱਚ ਹੈ, ਸੰਤੋਖ ਹੈ, ਹਰੀ ਦਾ ਨਾਮ ਹੈ। ਜਿਹੜੇ ਉਸ ਨੂੰ ਪਹੁੰਚਦੇ ਨੇ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੂੰਚੇ, ਤਿਸ ਕਾ ਹੋਏ ਉਦਾਰੋ। ਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਸਬਰ ਸੰਤੋਖ ਨਹੀਂ ਆਉਂਦਾ, ਇਸ ਕਰਕੇ ਉਹਨਾਂ ਦੇ ਅੰਦਰ ਭੁੱਖ ਹੈ। ਭੁੱਖ ਕਰਕੇ ਉਹ ਦੁਖੀ ਨੇ। ਹੱਥ ਤੱਡਾ ਘਰ ਘਰ ਮੰਗਾਏ, ਹੱਥ ਅੜਦੇ ਨੇ, ਘਰ ਘਰ ਜਾ ਕੇ ਮੰਗਦੇ ਨੇ, ਕੁਛ ਨਾ ਕੁਛ ਮੰਗਦੇ ਨੇ। ਕੂੜ ਠੱਗੀ ਗੂਜੀ ਨਾ ਰਹੈ, ਮੁਲੰਮਾ ਪਾਜ ਲੈ ਜਾਏ। ਹੁਣ ਜਿਹੜੀ ਕੂੜ ਹੈ, ਠੱਗੀ ਹੈ, ਇਹ ਗੁੱਜੀ ਨਹੀਂ ਰਹਿੰਦੀ। ਪਰਮੇਸ਼ਰ ਕੋਲ ਤਾਂ ਛੁਪ ਹੀ ਨਹੀਂ ਸਕਦਾ ਕੁਛ ਵੀ, ਕਿਉਂ ਤਾਂ ਉੱਪਰੋਂ ਜੋ ਪੜਦਾ ਹੈ ਉਤਰ ਜਾਂਦਾ ਹੈ, ਪਾਜ ਉਤਰ ਜਾਂਦੀ ਹੈ। ਬੇਸ਼ੱਕ ਲੋਕਾਂ ਨੂੰ ਭਰਮ ਦੇ ਵਿੱਚ ਪਾ ਕੇ ਮੰਗਦੇ ਨੇ, ਪੈਸੇ ਲੈਂਦੇ ਨੇ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਦੇ ਅੰਦਰ ਮਾਇਆ ਦੀ ਭੁੱਖ ਹੈ। ਪਰ ਸਤਿਗੁਰ ਕੋਲ ਇਹ ਕੁਛ ਵੀ ਛੁਪਦਾ ਨਹੀਂ ਹੈ, ਉੱਥੇ ਸਾਰਾ ਕੁਛ ਸਾਫ਼ ਹੋ ਜਾਂਦਾ ਹੈ, ਉੱਥੇ ਪਰਦਾ ਨਹੀਂ ਪੈਂਦਾ।
ਜਿਸ ਹੋਵੇ ਪੂਰਬ ਲਿਖਿਆ ਤੇ ਸਤਿਗੁਰ ਮਿਲੈ ਪ੍ਰਭ ਆਏ। ਜਿਸ ਨੂੰ ਪ੍ਰਭੂ ਨੇ ਪੁਰਬ ਤੋਂ ਲਿਖਿਆ ਹੈ, ਉਸ ਨੂੰ ਆ ਕੇ ਫਿਰ ਸਤਿਗੁਰ ਦਾ ਮਿਲਾਪ ਹੁੰਦਾ ਹੈ। ਉਸ ਨੂੰ ਆਪ ਸਤਿਗੁਰ ਪ੍ਰਗਟ ਹੋ ਕੇ ਮਿਲਦਾ ਹੈ। ਜਿਉ ਲੋਹਾ ਪਾਰਸ ਭੇਟੀਐ, ਮਿਲ ਸੰਗਤ ਸਵਰਨ ਹੋਏ ਜਾਏ। ਫਿਰ ਉਹ ਜੀਵਾਂ ਤੇ ਦਇਆ ਕਰਦਾ ਹੈ। ਜਿਵੇਂ ਲੋਹੇ ਨੂੰ ਪਾਰਸ ਨਾਲ ਭੇਟਣ ਦੇ ਨਾਲ ਸਵਰਨ ਹੋ ਜਾਂਦਾ, ਸੋਨਾ ਹੋ ਜਾਂਦਾ ਹੈ, ਕੰਚਨ ਹੋ ਜਾਂਦਾ ਹੈ। ਇੱਦਾਂ ਹੀ ਜਿਹੜੇ ਜੀਵਾਂ ਤੇ ਪੁਰਬ ਤੇ ਲਿਖਿਆ ਹੈ, ਉਹ ਸੰਗਤ 'ਚ ਆਉਂਦੇ ਨੇ ਵਿਸ਼ਵਾਸ ਦੇ ਨਾਲ, ਤੇ ਜਿਉਂ ਧਿਆਨ ਲਗਾਉਂਦੇ ਨੇ ਤੇ ਉਹਨਾਂ ਦਾ ਮਨ ਜਿਹੜਾ ਹਉਮੈ ਤੋਂ ਰਹਿਤ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਕੰਚਨ ਰੂਪ ਹੋ ਜਾਂਦਾ ਹੈ। ਜਨ ਨਾਨਕ ਕੇ ਪ੍ਰਭ ਤੂ ਧਨੀ, ਜਿਉ ਭਾਵੈ ਤਿਵੈ ਚਲਾਏ। ਤੇ ਸਤਿਗੁਰ ਸਮਝਾਉਂਦੇ ਨੇ ਫਿਰ ਜਿਹੜੇ ਉਸ ਪ੍ਰਭੂ ਦੇ ਜਨ ਨੇ, ਉਹਨਾਂ ਦੇ ਵਾਸਤੇ ਕੋਈ ਹੋਰ ਧਨ ਨਹੀਂ ਹੈ। ਉਹ ਹੋਰ ਨਹੀਂ ਭੁੱਖ ਉਹਨਾਂ ਦੇ ਅੰਦਰ ਹੁੰਦੀ, ਕਿਉਂਕਿ ਉਹਨਾਂ ਦੇ ਵਾਸਤੇ ਸਭ ਤੋਂ ਵੱਡਾ ਧਨੀ ਕੌਣ ਹੈ? ਪਰਮੇਸ਼ਰ। ਜਿਨ੍ਹਾਂ ਦੇ ਮਨ ਵਿੱਚ ਉਹ ਵਸ ਗਿਆ, ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਤੇ ਉਹਨਾਂ ਨੂੰ ਚਲਾਉਣ ਵਾਲਾ ਵੀ ਆਪ ਹੈ। ਜਿਉ ਭਾਵੈ ਤਿਵੈ ਚਲਾਏ। ਆਓ ਪੌੜੀ ਦੇ ਵਿੱਚ ਅੱਗੇ ਵਿਚਾਰਦੇ ਹਾਂ। ਜਿਨ ਹਰ ਹਿਰਦੈ ਸੇਵਿਆ, ਤਿਨ ਹਰ ਆਪ ਮਿਲਾਏ। ਜਿਹੜੇ ਹਿਰਦੇ ਦੇ ਵਿੱਚ ਗੁਰ ਦੇ ਸ਼ਬਦ ਨੂੰ ਲੈ ਕੇ ਕਮਾਉਂਦੇ ਨੇ, ਸੇਵਾ ਕਰਦੇ ਨੇ, ਆਪ ਹਰੀ ਉਹਨਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਪਰ ਜਿਹੜੇ ਗੁਰ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਂਦੇ ਨੇ, ਸੇਵਦੇ ਨੇ, ਆਪ ਹਰੀ ਉਹਨਾਂ ਨੂੰ ਮਿਲਾ ਲੈਂਦਾ ਹੈ। ਗੁਣ ਕੀ ਸਾਜ ਤਿਨ ਸਿਓ ਕਰੀ, ਸਭ ਅਵਗਣ ਸ਼ਬਦ ਜਲਾਏ। ਫਿਰ ਜਿਹੜੇ ਪ੍ਰਭੂ ਨੂੰ ਮਿਲੇ ਨੇ, ਜਿਨ੍ਹਾਂ ਨੂੰ ਆਪ ਪ੍ਰਭੂ ਨੇ ਮਿਲਾਇਆ ਹੈ, ਹਿਰਦੇ ਦੇ ਵਿੱਚ ਜਿਨ੍ਹਾਂ ਦੇ ਵਸਿਆ ਹੈ, ਪ੍ਰਗਟ ਹੈ, ਉਹਨਾਂ ਦੇ ਨਾਲ ਫਿਰ ਗੁਣਾਂ ਦੀ ਸਾਂਝ ਕਰਨੀ ਹੈ। ਅਵਗਣ ਛੱਡਣੇ ਨੇ ਤੇ ਗੁਣ ਲੈਣੇ ਨੇ। ਸਭ ਅਵਗਣ ਸ਼ਬਦ ਜਲਾਏ। ਉੱਥੇ ਅਵਗਣ ਜਲ ਜਾਂਦੇ ਨੇ ਤੇ ਗੁਣ ਮਨ ਵਿੱਚ ਵਸ ਜਾਂਦੇ ਨੇ, ਅਵਗਣ ਨਿਕਲ ਜਾਂਦੇ ਨੇ। ਅਵਗਣ ਵਿਕਣ ਪਲਰੀ, ਜਿਸ ਦੇ ਸੋ ਸੱਚੇ ਪਾਏ। ਅਵਗਣ ਵਿਕਦੇ ਨੇ, ਅਵਗਣ ਦੇ ਦਿੱਤੇ ਜਾਂਦੇ ਨੇ, ਤੇ ਉਹਨਾਂ ਗੁਣ ਮਿਲ ਜਾਂਦੇ ਨੇ, ਕਿਉਂਕਿ ਪ੍ਰਭੂ ਸਾਨੂੰ ਗੁਣ ਦਿੰਦਾ। ਅਵਗੁਣਾਂ ਦੀ ਕੋਈ ਕੀਮਤ ਨਹੀਂ ਹੈ, ਤੇ ਗੁਣ ਨੇ ਜਿਹੜੇ ਬਹੁਤ ਕੀਮਤੀ ਨੇ। ਕਿਵੇਂ ਮਿਲਦੇ ਨੇ? ਆਪਾ ਦੇ ਕੇ, ਮਨ ਦੇ ਕੇ ਫਿਰ ਪ੍ਰਾਪਤ ਹੁੰਦੇ ਨੇ। ਤੇ ਅਵਗਣ ਨੇ, ਅਵਗਣ ਤਾਂ ਐਵੇਂ ਮਿਲ ਜਾਂਦੇ ਨੇ। ਇਹ ਤਾਂ ਆ ਕੇ ਆਪ ਹੀ ਵਸ ਜਾਂਦੇ ਨੇ ਹਿਰਦੇ ਵਿੱਚ, ਲੇਕਿਨ ਪ੍ਰਭੂ ਦੇ ਗੁਣ ਵਸਦੇ ਨੇ, ਫਿਰ ਇਹਨਾਂ ਅਵਗਣਾਂ ਨੂੰ ਕੱਢਦੇ ਨੇ, ਫਿਰ ਅਵਗਣ ਖਤਮ ਹੁੰਦੇ ਨੇ। ਪਰ ਮਿਲਦੇ ਗੁਣ ਕਿਹਨਾਂ ਨੂੰ ਨੇ? ਜਿਨ੍ਹਾਂ ਨੂੰ ਪ੍ਰਭੂ ਬਖਸ਼ਿਸ਼ ਕਰਦਾ ਹੈ, ਉਹ ਪ੍ਰਾਪਤ ਹੁੰਦੇ ਨੇ। ਬਲਿਹਾਰੀ ਗੁਰ ਆਪਣੇ, ਜਿਨ ਔਗਣ ਮੇਟ ਗੁਣ ਪ੍ਰਗਟੀ ਆਏ। ਤੇ ਸਮਝਾਉਂਦੇ ਨੇ ਬਲਿਹਾਰੀ ਗੁਰ ਦੇ, ਆਪਣੇ ਗੁਰ ਤੋਂ ਬਲਿਹਾਰੇ ਜਾਈਏ। ਜਿਨ੍ਹਾਂ ਜੀਵਾਂ ਨੇ ਗੁਰ ਲਿਆ ਤੇ ਗੁਰ ਲੈ ਕੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਣ ਪ੍ਰਗਟ ਹੋ ਗਏ ਤੇ ਔਗਣ ਖਤਮ ਹੋ ਗਏ, ਉਸੇ ਗੁਰ ਤੋਂ ਆਪਾਂ ਬਾਰੇ ਜਾਣਾ ਹੈ। ਬਲਿਹਾਰੀ ਗੁਰ ਆਪਣੇ, ਜਿਨ ਔਗਣ ਮੇਟ, ਜਿਹਨੇ ਔਗਣ ਮਿਟਾ ਦਿੱਤੇ, ਗੁਣ ਪ੍ਰਗਟੀ ਆਏ। ਤੇ ਗੁਣ ਪ੍ਰਗਟ ਹੋ ਗਏ, ਕਿਉਂਕਿ ਇਹ ਨਹੀਂ ਵੀ ਗੁਣ ਕਿਤੇ ਸਾਡੇ ਅੰਦਰ ਹੈ ਨਹੀਂ। ਔਗਣ ਵੀ ਸਾਡੇ ਅੰਦਰ ਨੇ, ਗੁਣ ਵੀ ਸਾਡੇ ਅੰਦਰ ਨੇ। ਔਗਣ ਤ੍ਰੈ ਗੁਣਾਂ ਦੇ ਵਿੱਚ ਨੇ, ਤੇ ਗੁਣ ਚੌਥੇ ਪਦ ਵਿੱਚ ਨੇ। ਗੁਣ ਚੌਥੇ ਪਦ ਵਿੱਚ ਨੇ, ਤੇ ਸਤਿਗੁਰੂ ਸਮਝਾਉਂਦੇ ਨੇ
ਕਿ ਸਾਰੇ ਦੇ ਅੰਦਰ ਔਗਣ ਵੀ ਨੇ, ਗੁਣ ਵੀ ਨੇ, ਪਰ ਗੁਣ ਉਦੋਂ ਤੱਕ ਪ੍ਰਗਟ ਨਹੀਂ ਹੁੰਦੇ ਜਦ ਤੱਕ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ, ਸਤਿਗੁਰ ਦਾ ਗਿਆਨ ਨਹੀਂ ਲੈਂਦੇ। ਸਤਿਗੁਰ ਸਮਝਾਉਂਦੇ ਨੇ, ਅਵਗੁਣੀ ਭਰਪੂਰ ਹੈ, ਗੁਣ ਭੀ ਵਸੈ ਨਾਲ, ਬਿਨ ਸਤਿਗੁਰ ਗੁਣ ਨਾ ਜਾਪਣੀ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਅਸੀਂ ਵਿਚਾਰ ਨਹੀਂ ਕਰਦੇ ਗੁਰਸ਼ਬਦ ਦੀ, ਉਦੋਂ ਤੱਕ ਸਾਡੇ ਅੰਦਰ ਗੁਣ ਪ੍ਰਗਟ ਨਹੀਂ ਹੁੰਦੇ, ਕਿਉਂਕਿ ਗੁਣ ਚੌਥੇ ਪਦ ਵਿੱਚ ਨੇ, 10ਵੇਂ ਦੁਆਰ ਵਿੱਚ ਨੇ, ਤੇ ਔਗਣ 9 ਦਰਾਂ ਤੇ ਨੇ, 3 ਗੁਣਾਂ ਵਿੱਚ ਨੇ। ਜਦ ਤੱਕ ਚੌਥੇ ਪਦ ਵਿੱਚ ਸਾਡਾ ਧਿਆਨ ਨਹੀਂ ਜੁੜਦਾ, ਗੁਣ ਪ੍ਰਗਟ ਨਹੀਂ ਹੁੰਦੇ। ਪਰ ਚੌਥੇ ਪਦ ਵਿੱਚ ਧਿਆਨ ਕਦੋਂ ਜੁੜਦਾ ਹੈ? ਜਦੋਂ ਅਸੀਂ ਗੁਰ ਲੈ ਕੇ ਉਸ ਨੂੰ ਸੇਵਦੇ ਹਾਂ। ਉਹ ਫਿਰ ਸਾਡੇ ਅੰਦਰੋਂ ਗੁਣਾਂ ਨੂੰ ਮਿਟਾ ਦਿੰਦਾ, ਔਗਣ ਮਿਟਾ ਦਿੰਦਾ ਹੈ ਤੇ ਗੁਣ ਪ੍ਰਗਟ ਕਰ ਦਿੰਦਾ ਹੈ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਆਲਾਏ। ਹੁਣ ਉਸ ਵੱਡੇ ਪ੍ਰਭੂ ਦੀ ਵਡਿਆਈ ਵੀ ਵੱਡੀ ਹੈ, ਜਿਸ ਨੂੰ ਹਰ ਕੋਈ ਨਹੀਂ ਮੁੱਖੋਂ ਆਲਾ ਸਕਦਾ, ਮੁੱਖੋਂ ਨਹੀਂ ਕਹਿ ਸਕਦਾ। ਤੇ ਕੌਣ ਕਹਿੰਦਾ ਹੈ? ਜਦੋਂ ਆਪ ਜਿਨ੍ਹਾਂ ਜਨਾਂ ਦੀ ਰਸਨਾ ਤੇ ਬੈਠਦਾ ਹੈ, ਫਿਰ ਆਪ ਉਹਨਾਂ ਦੀ ਰਸਨਾ ਤੋਂ ਇਹ ਗਿਆਨ ਦਿੰਦਾ ਹੈ, ਜਿਨ੍ਹਾਂ ਨੂੰ ਆਪਾਂ ਗੁਰਮੁਖ ਕਹਿੰਦੇ ਨੇ। ਉਹ ਗੁਰਮੁਖ ਫਿਰ ਮੁੱਖੋਂ ਗਿਆਨ ਦਿੰਦੇ ਨੇ, ਜਿਹੜੇ ਸੁਣ ਕੇ ਮੰਨਦੇ ਨੇ, ਹਿਰਦੇ 'ਚ ਸੇਵਾ ਕਰਦੇ ਨੇ, ਤੇ ਉਹਨਾਂ ਨੂੰ ਹਰੀ ਆਪ ਮਿਲਾ ਲੈਂਦਾ ਹੈ। ਅਗਲਾ ਸ਼ਬਦ ਹੈ ਸ਼ਲੋਕ ਮਹਲਾ ਚੌਥਾ। ਮਹੱਲੇ ਚੌਥੇ ਦਾ ਸ਼ਲੋਕ ਹੈ, ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨਦਿਨ ਹਰ ਹਰ ਨਾਮ ਧਿਆਵੈ। ਸਤਿਗੁਰ ਦੇ ਵਿੱਚ ਵੱਡੀ ਵਡਿਆਈ ਹੈ, ਪਰ ਸਤਿਗੁਰ ਕਿੱਥੇ ਵਸਦਾ ਆ ਕੇ? ਜਿਨ੍ਹਾਂ ਨੂੰ ਆਪ ਮਿਲਾ ਲੈਂਦਾ ਹੈ, ਜਿਹੜੇ ਅਨਦਿਨ ਹਰੀ ਦੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਦੁਆਰਾ ਆਪ ਸਤਿਗੁਰ ਸਾਨੂੰ ਇਹ ਗਿਆਨ ਦਿੰਦਾ ਹੈ। ਵਡਿਆਈ ਉਸ ਦੇ ਵਿੱਚ ਬਹੁਤ ਵੱਡੀ ਹੈ। ਹਰ ਹਰ ਨਾਮ ਰਮਤ ਸਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਜਿਹੜਾ ਜੀਵ ਹਰੀ ਦੇ ਨਾਮ ਨੂੰ ਰਮਦਾ ਹੈ, ਉਸ ਦੇ ਵਿੱਚ ਰਮਿਆ ਰਹਿੰਦਾ ਹੈ, ਤੇ ਉਹਨਾਂ ਵਾਸਤੇ ਜੋ ਸੱਚਾ ਸੰਜਮ ਹੈ ਕਿ ਉਹ ਨਾਮ ਤੋਂ ਹੀ ਤ੍ਰਿਪਤ ਹੁੰਦਾ ਹੈ, ਹੋਰ ਚੀਜ਼ਾਂ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਜਾਂ ਹੋਰ ਚੀਜ਼ਾਂ ਦੀ ਭੁੱਖ ਨਹੀਂ ਹੈ, ਕਿਉਂਕਿ ਨਾਮ ਦੇ ਨਾਲ ਮਨ ਤ੍ਰਿਪਤ ਹੋ ਗਿਆ ਹੈ, ਤੇ ਫਿਰ ਭੁੱਖ ਖਤਮ ਹੋ ਜਾਂਦੀ ਹੈ। ਮਨਮੁੱਖਾਂ ਨੂੰ ਦੀ ਭੁੱਖ ਖਤਮ ਨਹੀਂ ਹੁੰਦੀ। ਹਰ ਨਾਮ ਤਾਨ ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੇ। ਉਹਨਾਂ ਦਾ ਆਸਰਾ ਵੀ ਨਾਮ, ਉਹਨਾਂ ਦੇ ਵਾਸਤੇ ਖਜ਼ਾਨਾ ਵੀ ਨਾਮ, ਪ੍ਰਭੂ ਵੀ ਨਾਮ, ਸਾਰਾ ਕੁਛ ਨਾਮ ਹੈ। ਇਸ ਕਰਕੇ ਨਾਮ ਹੀ ਉਹਨਾਂ ਦੀ ਰੱਖਿਆ ਕਰਦਾ ਹੈ, ਕਿਉਂਕਿ ਨਾਮ ਸਦਾ ਸੰਗ ਹੈ। ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ। ਜੋ ਚਿਤ ਲਾ ਕੇ ਗੁਰਮੂਰਤ, ਗੁਰਮੂਰਤ ਕੀ ਹੈ? ਗੁਰ ਦਾ ਗਿਆਨ, ਗੁਰ ਦਾ ਸ਼ਬਦ। ਜੋ ਗੁਰ ਦਾ ਗਿਆਨ ਲੈ ਕੇ ਉਸ ਨੂੰ ਚਿਤ ਲਾ ਕੇ ਫਿਰ ਪੂਜਦਾ ਹੈ, ਕਮਾਉਂਦਾ ਹੈ, ਉਹ ਫਿਰ ਮਨ ਜੋ ਇੱਛਦਾ ਹੈ। ਮਨ ਕੀ ਇੱਛਾ ਹੈ? ਮਨ ਦੀ ਇੱਛਾ ਕੀ ਹੁੰਦੀ? ਜਦੋਂ ਮਨ ਜਾਗ ਪੈਂਦਾ ਹੈ, ਮਨ ਦੀ ਇੱਛਾ ਹੈ ਨਾਮ, ਮਨ ਦੀ ਇੱਛਾ ਹੈ ਪਰਮੇਸ਼ਰ। ਮਨ ਦੀ ਇੱਛਾ ਹੁੰਦੀ ਹੈ ਕਿ ਮੈਂ, हे ਪ੍ਰਭੂ, ਮੈਂ ਤੇਰੀ ਸਿਫਤ ਸਲਾਹ ਕਰਾਂ, ਤੇਰੇ ਗੁਣ ਗਾਵਾਂ। ਫਿਰ ਮਨ ਦੀ ਇਹ ਇੱਛਾ ਪੂਰੀ ਹੁੰਦੀ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਜੇ ਕੋਈ ਨਿੰਦਾ ਕਰਦਾ ਹੈ ਪੂਰੇ ਸਤਿਗੁਰ ਦੀ, ਆਪ ਪ੍ਰਭੂ ਆਪਣੇ ਜਨਾਂ ਦੁਆਰਾ ਗਿਆਨ ਦਿੰਦਾ ਹੈ, ਰਸਨਾ ਦੁਆਰਾ ਗਿਆਨ ਦਿੰਦਾ ਹੈ,
ਗਿਆਨ ਕੀ ਹੁੰਦਾ ਹੈ ਕਿ ਰਸਨਾ ਨਾਲ ਬੋਲ ਕੇ ਸਾਨੂੰ ਦਿੰਦਾ ਹੈ ਗੁਰ, ਤੇ ਸੁਣਨ ਵਾਲੇ ਕੰਨਾਂ ਨਾਲ ਸੁਣਦੇ ਨੇ ਤੇ ਨੇਤਰਾਂ ਨਾਲ ਦੇਖਦੇ ਨੇ, ਤੇ ਫਿਰ ਸਤਿਗੁਰ ਦੇ ਨਾਲ ਜਿਹੜੇ ਰੱਤੇ ਜਾਂਦੇ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਮਿਲਦਾ ਹੈ। ਅੰਤਰ ਆਰਾਧਨਾ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤੇ ਅੰਦਰ ਗਹਿ ਪਾਈਐ ਠਾਓ। ਇਸ ਕਰਕੇ ਜੇ ਕੋਈ ਫਿਰ ਨਿੰਦਾ ਕਰਦਾ ਹੈ ਇਸ ਸਤਿਗੁਰ ਦੀ, ਇਸ ਗਿਆਨ ਦੀ, ਤੇ ਫਿਰ ਉਸ ਨੂੰ ਆਪ ਕਰਤਾ ਪਰਮੇਸ਼ਰ ਮਾਰ ਦਿਵਾਉਂਦਾ ਹੈ, ਅੱਗੇ ਸਜ਼ਾ ਦਿਵਾਉਂਦਾ ਹੈ। ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਫਿਰ ਉਸ ਨੂੰ ਉਹ ਵੇਲਾ ਵੀ ਹੱਥ ਨਹੀਂ ਆਉਂਦਾ, ਕਿਉਂਕਿ ਉਸਨੇ ਬੀਜਿਆ ਹੀ ਕਿਹਾ ਹੈ, ਸਤਿਗੁਰ ਦੀ ਨਿੰਦਾ ਕੀਤੀ, ਉਸਨੇ ਨਿਰਵੈਰ ਦੇ ਨਾਲ ਵੈਰ ਰਚਾਇਆ ਹੈ। ਕਿਉਂਕਿ ਸਤਿਗੁਰ ਕਿਸੇ ਦਾ ਬੈਰੀ ਨਹੀਂ ਹੈ, ਸਤਿਗੁਰ ਸਾਰਿਆਂ ਦਾ ਭਲਾ ਮਨਾਉਂਦਾ ਹੈ। ਲੇਕਿਨ ਜੇ ਨਿਰਵੈਰ ਦੇ ਨਾਲ ਵੈਰ ਰਚਾਵਾਂਗੇ ਅਸੀਂ, ਫਿਰ ਅਸੀਂ ਸਮਝ ਲਓ ਆਪਣੇ ਘਰ ਦੇ ਵਿੱਚ ਖੁਦ ਹੀ ਅੱਗ ਲਗਾਈ ਹੈ। ਨਿਰਵੈਰੇ ਨਾਲ ਜੋ ਵੈਰ ਰਚਾਏਂਦੇ ਸੋ ਆਪਣੇ ਘਰ ਲੁਕੀ ਲਾਏ। ਆਪਣੇ ਘਰ ਵਿੱਚ ਅੱਗ ਬਾਲਦੇ ਨੇ ਆਪਣੇ ਸੜਨ ਦੇ ਵਾਸਤੇ। ਸਤਿਗੁਰ ਦੀ ਨਿੰਦਾ ਜਿਹੜੀ ਹੈ ਉਸ ਦਾ ਫਿਰ ਕਿਤੇ ਵੀ ਸਾਨੂੰ ਮੁਆਫੀ ਨਹੀਂ ਮਿਲਦੀ। ਉਸ ਨੂੰ ਫਿਰ ਆਪਣਾ ਬੀਜਿਆ ਭੋਗਣਾ ਪੈਂਦਾ, ਖਾਣਾ ਪੈਂਦਾ ਹੈ। ਨਰਕ ਕੋਰ ਮੂੰਹ ਕਾਲੇ ਖੜਿਆ, ਜਿਉ ਤਸਕਰ ਪਾਏ ਗਲਾਵੇ। ਉਸ ਨੂੰ ਜਮ ਪਕੜ ਕੇ ਏਦਾਂ ਲੈ ਜਾਂਦੇ ਨੇ ਮੂੰਹ ਕਾਲਾ ਕਰਕੇ, ਧਰਮਰਾਜ ਦੇ, ਯਮਰਾਜ ਦੇ। ਜਿਵੇਂ ਸੰਸਾਰ ਦੇ ਵਿੱਚ ਚੋਰ ਨੂੰ ਪਕੜ ਕੇ ਗਲ ਵਿੱਚ ਸੰਗਲ ਪਾ ਲੈਂਦੇ ਨੇ, ਗਲ ਦੇ ਵਿੱਚ ਪਟਾ ਪਾ ਲੈਂਦੇ ਨੇ, ਮੂੰਹ ਕਾਲਾ ਕਰ ਦਿੰਦੇ ਨੇ, ਇੱਦਾਂ ਹੀ ਉਸ ਪ੍ਰਭੂ ਦੇ ਦਰਬਾਰ ਦੇ ਵਿੱਚ, ਧਰਮਰਾਜ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਜਮ ਇੱਦਾਂ ਪਕੜ ਕੇ ਲੈ ਜਾਂਦੇ ਨੇ, ਨਰਕ ਕੋਰ ਵਿੱਚ ਸੁੱਟਦੇ ਨੇ। ਫਿਰ ਸਤਿਗੁਰ ਕੀ ਸਰਨੀ ਪਵੇ ਤਾਂ ਉਭਰੈ, ਜਾਂ ਹਰ ਹਰ ਨਾਮ ਧਿਆਵੇ। ਜੇਕਰ ਉਹ ਫਿਰ ਦੁਬਾਰਾ ਆਪਣੇ ਕੀਤੇ ਨੂੰ ਮੁਆਫੀ ਮੰਗ ਲਵੇ ਤੇ ਫਿਰ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਵੇ, ਉਭਰ ਜਾਂਦਾ ਹੈ। ਕਿਉਂਕਿ ਸਤਿਗੁਰ ਬਖਸ਼ਿੰਦ ਹੈ। ਜੇਕਰ ਅਸੀਂ ਗਲਤੀ ਕਰਨ ਤੋਂ ਬਾਅਦ ਵੀ ਸਤਿਗੁਰ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਉਹ ਸਾਨੂੰ ਬਖਸ਼ ਦਿੰਦਾ, ਉਹ ਸਾਨੂੰ ਉਬਾਰ ਲੈਂਦਾ ਹੈ। ਪਰ ਜੇ ਅਸੀਂ ਸ਼ਰਨ 'ਚ ਨਹੀਂ ਜਾਂਦੇ ਫਿਰ ਸਾਨੂੰ ਉਹ ਵੇਲਾ ਪ੍ਰਾਪਤ ਨਹੀਂ ਹੋਣਾ, ਕਿਉਂਕਿ 84 ਲੱਖ ਜੂਨ ਨਰਕਾਂ ਦਾ ਭਾਗੀ ਬਣ ਜਾਣਾ ਹੈ ਤੇ ਫਿਰ ਸਜ਼ਾ ਭੁਗਤਣੀ ਪੈਂਦੀ ਹੈ। ਫਿਰ ਜੇ ਸਤਿਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਫਿਰ ਉਹ ਗਿਆਨ ਲੈਂਦਾ ਹੈ ਕਿ ਕਿਵੇਂ ਹਰੀ ਦੇ ਨਾਮ ਨੂੰ ਧਿਆਉਣਾ ਹੈ। ਜਿਹੜਾ ਫਿਰ ਇਹ ਧਿਆਉਣਾ ਸ਼ੁਰੂ ਕਰ ਦਿੰਦਾ ਉਹ ਉਭਰ ਜਾਂਦਾ ਹੈ। ਫਿਰ ਸਤਿਗੁਰ ਕੀ ਸਰਨੀ ਪਵੇ ਤਾਂ ਉਭਰੈ, ਜਾਂ ਹਰ ਹਰ ਨਾਮ ਧਿਆਵੈ। ਹਰ ਬਾਤਾਂ ਆਖ ਸੁਣਾਏ ਨਾਨਕ, ਹਰ ਕਰਤੇ ਇਹ ਵੈ ਪਾਵੇ। ਹੁਣ ਹਰੀ ਦੀਆਂ ਬਾਤਾਂ ਆਪ ਹਰੀ ਆਪਣਾ ਗਿਆਨ ਆਪਣੇ ਜਨਾਂ ਦੁਆਰਾ ਕਰਾਉਂਦਾ ਹੈ ਕਿ ਇਸ ਤਰੀਕੇ ਨਾਲ ਹੀ ਪ੍ਰਭੂ ਨੂੰ ਪਾਉਂਦਾ ਹੈ। ਜੋ ਗੁਰ ਦਾ ਗਿਆਨ ਲੈ ਕੇ ਚਿੱਤ ਲਾ ਕੇ ਪੂਜਦੇ ਨੇ ਗੁਰਮੂਰਤ ਨੂੰ, ਗੁਰ ਦੇ ਗਿਆਨ ਨੂੰ, ਉਹਨਾਂ ਨੂੰ ਮਨ ਇੱਛਾ ਫਲ ਪ੍ਰਾਪਤ ਹੁੰਦਾ ਹੈ। ਜਿਹੜੇ ਉਸੇ ਗੁਰ ਦੀ ਨਿੰਦਾ ਕਰਦੇ ਨੇ ਉਹਨਾਂ ਨੂੰ ਵੇਲਾ ਹੱਥ ਨਹੀਂ ਆਉਂਦਾ, ਉਹਨਾਂ ਦੇ ਮੂੰਹ ਕਾਲੇ ਕਰਕੇ ਨਰਕ ਕੋਰ ਦੇ ਵਿੱਚ ਉਹਨਾਂ ਨੂੰ ਸਿੱਟ ਦਿੱਤਾ ਜਾਂਦਾ ਹੈ। ਅਗਲਾ ਸ਼ਬਦ ਹੈ ਮਹੱਲਾ ਚੌਥੇ ਦਾ। ਪੂਰੇ ਗੁਰ ਕਾ ਹੁਕਮ ਨ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਜਿਹੜਾ ਪੂਰੇ ਗੁਰ ਦਾ, ਪੂਰਾ ਗੁਰ ਹੋਵੇ, ਪੂਰਾ ਗੁਰ ਕੌਣ ਦਿੰਦਾ ਹੈ? ਜਿਹੜੇ ਪ੍ਰਭੂ ਨੂੰ ਪੂਰੇ ਨੂੰ ਅਰਾਧਦੇ ਨੇ, ਉਹਨਾਂ ਦਾ
ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ। ਉਸ ਨੂੰ ਅਰਾਧਦੇ ਨੇ ਜਿਹਦਾ, ਜੋ ਆਪ ਵੀ ਪੂਰਾ ਹੈ ਤੇ ਉਸ ਦਾ ਨਾਮ ਵੀ ਪੂਰਾ ਹੈ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਨੂੰ ਪਾ ਲਿਆ ਹੈ, ਪੂਰੇ ਨੂੰ ਅਰਾਧਦੇ ਨੇ ਜਿਹਦਾ ਨਾਮ ਵੀ ਪੂਰਾ ਹੈ, ਫਿਰ ਉਸ ਦੇ ਗੁਣ ਗਾਉਂਦਾ ਹੈ। ਉੱਥੇ ਸਾਨੂੰ ਫਿਰ ਉਸ ਰਸਨਾ ਤੋਂ ਜੋ ਦਿੱਤਾ ਹੋਇਆ ਗੁਰ ਹੈ, ਉਹ ਪੂਰਾ ਗੁਰ ਹੈ, ਜਿਹਦੇ ਦੁਆਰਾ ਆਪਾਂ ਨੇੜੇ ਦੇਖਣਾ ਹੈ ਪਾਰ ਬ੍ਰਹਮ ਨੂੰ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਪਰ ਜੇ ਜੀ ਫਿਰ ਵੀ ਉਸ ਪੂਰੇ ਗੁਰ ਦੇ ਹੁਕਮ ਨੂੰ ਨਹੀਂ ਮੰਨਦਾ, ਉਹ ਗਿਆਨ ਨੂੰ ਨਹੀਂ ਮੰਨਦਾ, ਉਸ 'ਤੇ ਸ਼ੰਕਾ ਕਰਦਾ ਹੈ ਜਾਂ ਉਸ ਦਾ ਵਿਰੋਧ ਕਰਦਾ ਹੈ, ਉਹ ਫਿਰ ਮਨਮੁਖ ਜੀਵ ਹੈ। ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ, ਕਿਉਂਕਿ ਉਹ ਬਿਖ ਮਾਇਆ ਕੀ ਹੈ? ਤ੍ਰੈਗੁਣੀ ਵਿਚਾਰਾਂ। ਉਹ ਖੁਦ ਇਹਨਾਂ ਦੇ ਵਿੱਚ ਠੱਗਿਆ ਜਾਂਦਾ ਹੈ। ਚੌਥੇ ਪਦ ਦਾ ਉਸ ਨੂੰ ਗਿਆਨ ਨਹੀਂ ਮਨਮੁਖ ਨੂੰ, ਇਸ ਕਰਕੇ ਉਹ ਇਹ ਗਿਆਨ ਨਹੀਂ ਮੰਨਦਾ। ਜੋ ਸੰਤਾਂ ਦੀ ਗੁਰਸਿੱਖਾਂ ਦੀ ਸੰਗਤ ਕਰਦੇ ਨੇ, ਜੋ ਸਮਝ ਲੈਂਦੇ ਨੇ, ਉਹੀ ਇਸ ਨੂੰ ਸੁਣ ਕੇ ਮੰਨਦੇ ਨੇ। ਉਸ ਅੰਦਰ ਕੂੜ ਕੂੜੋ ਕਰ ਬੁਝੈ, ਕਿਉਂਕਿ ਉਸ ਦੇ ਅੰਦਰ ਕੂੜ ਹੈ। ਉਹ ਨਿਰਮਲ ਗਿਆਨ ਨਹੀਂ ਲੈਣਾ ਚਾਹੁੰਦਾ, ਉਹ ਤ੍ਰੈਗੁਣੀ ਗਿਆਨ ਦੇ ਨਾਲ ਭਰਿਆ ਪਿਆ ਹੁੰਦਾ ਹੈ। ਜੋ ਤ੍ਰੈਗੁਣਾਂ ਦੀ ਵਿਚਾਰ ਹੈ ਉਹ ਵਿਖ ਹੈ। ਇਸ ਕਰਕੇ ਉਹ ਕੂੜ ਤੱਕ ਹੀ ਸੀਮਤ ਹੈ। ਚੌਥੇ ਪਦ ਨੂੰ, ਸੱਚ ਨੂੰ, ਉਸ ਨੂੰ ਗਿਆਨ ਨਹੀਂ ਹੈ ਤੇ ਨਾ ਉਹ ਗਿਆਨ ਲੈਣਾ ਹੀ ਚਾਹੁੰਦਾ ਹੈ। ਅਨਹੋਦੇ ਝਗੜੇ ਦਾ ਉਸ ਦੇ ਗਲ ਪਾਇਆ। ਹੁਣ ਅਨਹੋਂਦਾ ਹੀ ਉਸ ਦੇ ਗਲ ਫਿਰ ਝਗੜਾ ਪਾ ਦਿੰਦਾ ਹੈ। ਝਗੜਾ ਕੀ ਹੈ? ਕਿ ਸੱਚੇ ਗਿਆਨ ਤੋਂ ਮੁਕਰਦਾ ਹੈ, ਸੱਚੇ ਗਿਆਨ ਦੇ ਵਿਰੁੱਧ ਉੱਠਦਾ ਹੈ, ਜਦ ਕਿ ਗਿਆਨ ਸੱਚਾ ਹੈ। ਉਹ ਅਨਹੋਦਾ ਝਗੜਾ ਹੈ, ਪਾ ਲੈਂਦਾ ਹੈ, ਵਿਰੋਧ ਕਰਦਾ ਹੈ, ਕਿਉਂਕਿ ਉਸਦੇ ਅੰਦਰ ਕੂੜ ਵਰਤਦਾ ਹੈ। ਉਸ ਨੂੰ ਸੱਚ ਦਾ ਗਿਆਨ ਨਹੀਂ। ਜੇ ਕੋਈ ਸੱਚ ਬੋਲਦਾ ਹੈ ਤੇ ਉਹ ਕੂੜਾ ਜਲਦਾ ਹੈ। ਜੇ ਕੋ ਬੋਲੇ ਸੱਚ, ਕੂੜ ਜਲ ਜਾਵੇ। ਉਹ ਗੱਲ ਫਰੋਸੀ ਕਰੇ ਬਹੁਤ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਗੱਲਾਂ ਬਹੁਤ ਕਰਦਾ ਹੈ, ਪ੍ਰਕਾਸ਼ ਵਾਸਤੇ ਕਰਦਾ ਹੈ, ਪ੍ਰਭੂ ਦੀ ਚੌ ਦੇ ਵਿੱਚ ਨਹੀਂ, ਆਪਣੇ ਪੇਟ ਪਾਲਣ ਦੇ ਵਾਸਤੇ। ਕਥਾ ਕਹਾਣੀਆਂ ਬਹੁਤ ਸੁਣਾਉਂਦਾ ਹੈ, ਪਰ ਮਾਇਆ ਵਾਸਤੇ। ਪਰ ਉਸ ਦਾ ਬੋਲਿਆ ਫਿਰ ਕਿਸੇ ਨੂੰ ਨਹੀਂ ਪਾਉਂਦਾ, ਕਿਉਂਕਿ ਜਿਹੜੇ ਜੀਵਾਂ ਨੂੰ ਗਿਆਨ ਹੋ ਜਾਂਦਾ ਹੈ, ਉਹ ਬੋਲਦੇ ਹੀ ਪਰਖ ਲੈਂਦੇ ਨੇ ਕਿ ਕਿਸ ਅਵਸਥਾ ਦੇ ਵਿੱਚ ਜੀਵ ਬੋਲ ਰਿਹਾ ਹੈ, ਕਿਉਂ ਜੀ ਇਸ ਦੀ ਅਵਸਥਾ ਹੈ। ਕਿਉਂਕਿ ਜਿਹੜੇ ਪਾਰਖੂ ਹੋ ਜਾਂਦੇ ਨੇ, ਉਹ ਦੋ ਚਾਰ ਗੱਲਾਂ ਸੁਣਨ ਤੋਂ ਬਾਅਦ ਹੀ ਪਰਖ ਲੈਂਦੇ ਨੇ ਕਿ ਇਹ ਜੀਵ ਕਿਹੋ ਜਿਹਾ ਹੈ। ਇਹ ਚੌਥੇ ਪਦ ਦੇ ਗਿਆਨ ਵਾਲਾ ਜਾਂ ਤ੍ਰੈ ਗੁਣਾਂ ਦੇ ਗਿਆਨ ਦੇ ਵਿੱਚ ਹੈ। ਉਹ ਕਰ ਕਰ ਹੰਡਾ ਜੂ ਰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਹ ਵੀ ਲੱਛਣ ਲਾਇਆ। ਤੇ ਉਹ ਘਰ ਘਰ ਹੰਡਦੇ ਨੇ, ਕਦੇ ਕਿਤੇ ਜਾ ਕੇ ਗਾਉਂਦੇ ਨੇ, ਕਥਾ ਕਹਾਣੀਆਂ ਕਰਦੇ ਨੇ। ਕਿਵੇਂ? ਜਿਵੇਂ ਦੁਹਾਗਣ ਔਰਤ ਹੈ, ਕਿਤੇ ਉੱਥੇ ਚਲੇ ਗਈ, ਉੱਥੇ ਤੋਂ ਫਿਰ ਛੁੱਟੜ ਹੋਈ, ਫਿਰ ਹੋਰ ਪਾਸੇ। ਇੱਦਾਂ ਹੀ ਐਸੇ ਜੀਵ ਜਿਹੜੇ ਮੋਹ ਮਾਇਆ ਦੇ ਵਿੱਚ ਫਸੇ ਨੇ, ਉਹਨਾਂ ਦਾ ਇਹ ਹਾਲ ਹੁੰਦਾ ਹੈ। ਉਸ ਨਾਲ ਮੂੰਹ ਜੋੜੇ ਉਹ ਵੀ ਲੱਛਣ। ਪਰ ਜੋ ਵੀ ਉਹਨਾਂ ਦੇ ਨਾਲ ਮੂੰਹ ਜੋੜੇਗਾ, ਕਹਿਣ ਤੋਂ ਭਾਵ ਜੋ ਉਹਨਾਂ ਦੇ ਬਚਨ, ਉਹਨਾਂ ਨਾਲ ਬਚਨ ਕਰੇਗਾ ਜਾਂ ਉਹਨਾਂ ਦੇ ਬਚਨਾਂ ਨੂੰ ਸੁਣੇਗਾ, ਉਹਦੇ ਲੱਛਣ ਉਹਦੇ ਵਿੱਚ ਵੀ ਆ ਜਾਂਦੇ ਨੇ। ਇਸ ਕਰਕੇ ਉਹਦਾ ਵੀ ਜੀਵਨ ਖਰਾਬ ਹੋ ਜਾਂਦਾ ਹੈ। ਉਹ ਵੀ ਲੱਛਣ ਲਾਇਆ, ਉਹਦੇ ਵੀ ਉਹੀ ਲੱਛਣ ਹੋ ਜਾਂਦੇ ਨੇ। ਉਹੀ ਜੀ ਕਾਰ ਉਹ ਕਰਨ ਲੱਗ ਜਾਂਦਾ, ਉਹੀ ਜੀ ਵੈਰ ਵਿਰੋਧ ਬਹਿਸ ਉਹ ਕਰਨੀ ਸ਼ੁਰੂ ਕਰ ਦਿੰਦਾ, ਜਿਹੜਾ ਐਸੇ ਜੀਵਾਂ ਦੇ ਨਾਲ ਸੁਣਦਾ ਸੰਗਤ ਕਰਦਾ ਹੈ, ਜਿਹੜਾ ਐਸੇ ਜੀਵਾਂ ਦੇ ਸੁਣਦਾ ਹੈ ਜਾਂ ਐਸੇ ਜੀਵਾਂ ਦੇ ਨਾਲ ਵਿਚਾਰ ਵਟਾਂਦਰਾ
करता है। गुरमुख होए सो अलिप्त तो वरतै, उसका पास छाड़ छाड़ गुर पास बह जाया। जो गुरमुख है वो अलिप्त रहता है, ਉਹ ਤ੍ਰੈ ਗੁਣਾਂ ਦੇ ਵਿਚਾਰ ਤੋਂ ਨਿਰਲੇਪ ਹੋ ਕੇ ਚੌਥੇ ਪਦ ਦੀ ਵਿਚਾਰ ਕਰਦਾ ਹੈ। ਉਹ ਪ੍ਰਭੂ ਦੇ ਨਾਮ ਦੀ ਗੱਲ ਕਰਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਤਤ ਗਿਆਨ ਦੀ ਗੱਲ ਕਰਦਾ ਹੈ। ਫਿਰ ਐਸੇ ਜੀਵ ਨੇ ਜਿਹੜੇ ਫਿਰ ਉਹਨਾਂ ਦਾ ਸੰਗ ਛੱਡ ਕੇ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਹੈ, ਉਹ ਫਿਰ ਗੁਰ ਦਾ ਗਿਆਨ ਲੈ ਕੇ ਗੁਰ ਨੂੰ ਕਮਾਉਂਦੇ ਨੇ, ਨਾ ਕਿ ਉਹ ਬਹੁਤੀਆਂ ਕਥਾ ਕਹਾਣੀਆਂ ਸੁਣਦੇ ਨੇ, ਨਾ ਉਹ ਕਰਦੇ ਨੇ। ਕਿਉਂਕਿ ਜੋ ਗਿਆਨ ਹੈ ਉਹ ਜਦ ਤੱਕ ਅਸੀਂ ਗੁਰ ਨਹੀਂ ਲੈ ਕੇ ਕਮਾਉਂਦੇ, ਸਾਨੂੰ ਗਿਆਨ ਨਹੀਂ ਹੋ ਸਕਦਾ, ਸਾਨੂੰ ਸੋਝੀ ਨਹੀਂ ਹੋ ਸਕਦੀ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਕਿਉਂਕਿ ਗੁਰ ਤੋਂ ਬਿਨਾ ਗਿਆਨ ਨਹੀਂ ਹੋਣਾ, ਗੁਰ ਤੋਂ ਬਿਨਾ ਭਗਤੀ ਨਹੀਂ ਹੈ। गुर बिन घोर अंधार, गुरु बिन समझ न आवे। गुर बिन सुरत न सिद्ध शुद्ध गुरु, गुरु बिन सुरत न सिद्ध, गुरु बिन मुक्त न पावे। उस तो बिना मुक्ति नहीं है। जे सौ चंदा उगवै सूर चढ़े हजार, एते चानन होंदिया गुर बिन घोर अंधार। जो गुर गोपे अपना सो भला नाही। जो अपने गुर नूं त्याग देंदा है, गुर नूं छड़ देंदा है, मतलब कहते ਉਹ ਹੁਣ उसने भला नहीं किया, उसके वास्ते भला नहीं है, उसके वास्ते बहुत बुरा है जिसने अपने गुर नूं छड़ दिता है, ਜਾਂ गुर ते भरोसा गवा लिया है। पंचो उन लाहा मूल सब गवाया। पंजा ने ਜਿਹੜੇ ਕਾਂ ਕੁਲੋਮ ਹੰਕਾਰ ਹਨ, ਉਹੀ ਸਾਨੂੰ ਗੁਰ ਤੋਂ ਵੀ ਛੋੜਦੇ ਨੇ, ਤੇ ਉਹੀ ਸਾਡਾ ਜਿਹੜਾ ਪਹਿਲਾਂ ਕਮਾਇਆ ਵੀ ਸਾਰਾ ਲਾਹਾ ਗਵਾ ਦਿੰਦੇ ਨੇ, ਸਾਰ ਲੁੱਟ ਲੈਂਦੇ ਨੇ, ਜੇ ਅਸੀਂ ਗੁਰ ਨੂੰ ਛੱਡਦੇ ਹਾਂ। ਕਿ ਗੁਰ ਹੀ ਹੈ ਜਿਹੜਾ ਸਾਡੇ ਇਹਨਾਂ ਪੰਜਾਂ ਤੋਂ ਰਾਖੀ ਕਰਦਾ ਹੈ। ਗੁਰ ਹੀ, ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਸਾਡੇ ਕੋਲ ਵੀ ਮਾਇਆ ਬੜੀ ਆਉਂਦੀ ਸੀ ਵੱਖਰੇ ਵੱਖਰੇ ਪੇਸ਼ ਦੇ ਵਿੱਚ, ਪਰ ਸਾਨੂੰ ਆਪਣੇ ਸਾਡੇ ਗੁਰ ਨੇ ਰੱਖ ਦਿੱਤਾ ਤੇ ਮਾਇਆ ਨੂੰ ਉਦੇਸ਼ ਕਰ ਦਿੱਤਾ ਕਿ ਤੂੰ ਇਸ ਦੇ ਨੇੜੇ ਨਹੀਂ ਆਉਣਾ। ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਆਈ ਮੁਝੇ ਪਹਿ, ਅਨੇਕ ਕਰੇ ਕਰ ਪੇਸ਼, हम राखे गुर अपने उन कीनो आदेश। सानू गुर ने रख लिया तो उसनू आदेश कर दिता कि तू इस दे नेड़े नहीं आना। इस करके सतगुर समझाते ने भी जिन्हों ने गुर छड्डता उन्हां दा हुण भला नहीं, क्योंकि पंज उन्हां नू जो कमाया भी सी थोड़ा बहुता वो भी उन्हां दा गवा देणगे। पहला आगम निगम नानक आख सुनाए, पूरे गुर का बचन उपर आया। क्योंकि उस प्रभु दे दरबार दे विच वो आप प्रभु दा दिता बचन सी, जो आप प्रभु आख के सुनाउंदा अपने जनां दी रसना दे उत्ते, ओही जिहड़ा पूरा गुर है ओही अगे सब तो उत्ते है। जो गुर ही छड़ दिता ते अगे सानू थां नहीं मिलना, क्योंकि गुर दा बचन ही अविनाशी है, गुर दा बचन श्रेष्ठ है। गुरसिखा बड़ियाई भावै गुर पूरे की। जिहड़े गुरसिख ने जिन्हां ने ये गुर दी सिक्ख्या लैके मन विच वसा लई है, जिन्हां नू सोझी हो गई है, उन्हां नू हर समय बड़ियाई फिर किसदी पाउंदी है? पूरे गुर दी। आप भी गुर नूं कमाउंदे पूरे नूं ते दूजिआं नूं अगे सिफ सलाह करदे अगे दसदे वो पूरा गुर ही दसदे ने, क्योंकि उन्हां नूं उस दी वडियाई पाउंदी है। मनमुखां ओ वेला हथ ना आए। पर मनमुख जिहड़े लोक ने, क्योंकि उन्हां नूं पूरे गुर दा ज्ञान ही नहीं लिया हुंदा,
ਉਹਨਾਂ ਦੇ ਉਹ ਵੇਲਾ ਹੀ ਨਹੀਂ ਹੱਥ ਆਉਂਦਾ ਕਿ ਉਹ ਗੁਰ ਨੂੰ ਕਮਾ ਸਕਣ, ਗੁਰ ਨੂੰ ਹਿਰਦੇ ਵਿੱਚ ਵਸਾ ਸਕਣ ਜਾਂ ਗੁਰ ਦੀ ਵਡਿਆਈ ਕਰ ਸਕਣ। ਆਓ ਪੌੜੀ ਹੈ। ਸੱਚ ਸੱਚਾ ਸਬਦੂ ਵੱਡਾ ਹੈ, ਸੋ ਲੈ ਜਿਸ ਸਤਿਗੁਰ ਟਿਕੇ। ਸੱਚ ਹੈ, ਪਰਮੇਸ਼ਰ ਹੈ, ਸਭ ਤੋਂ ਵੱਡਾ ਹੈ। ਪਰ ਕਿਸ ਨੂੰ ਪ੍ਰਾਪਤ ਹੁੰਦਾ ਹੈ? ਜਿਸ ਨੂੰ ਆਪ ਪ੍ਰਭੂ ਟਿਕਦਾ ਹੈ, ਜਿਸ ਨੂੰ ਆਪ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ, ਜਿਸ ਨੂੰ ਆਪ ਆਪਣਾ ਚਾਕਰ ਬਣਾ ਲੈਂਦਾ, ਆਪਣਾ ਸੇਵਕ ਬਣਾਉਂਦਾ ਹੈ, ਜਿਸ ਨੂੰ ਆਪ ਬੁਝਾਉਂਦਾ ਹੈ, ਉਸ ਨੂੰ ਫਿਰ ਇੱਕ ਖਜ਼ਾਨਾ ਦਿੰਦਾ ਹੈ। ਉਸ ਦੀ ਰਸਨਾ ਤੋਂ ਫਿਰ ਬੋਲ ਕੇ ਗਿਆਨ ਦਿੰਦਾ ਹੈ। ਸੋ ਸਤਿਗੁਰ ਜੇ ਸੱਚ ਧਿਆਇਂਦਾ, ਸੱਚ ਸੱਚਾ ਸਤਿਗੁਰ ਇੱਕੇ। ਫਿਰ ਉਹ ਸਤਿਗੁਰ ਜਿਹੜਾ ਸੱਚ ਨੂੰ ਧਿਆਉਂਦਾ ਹੈ ਉਹ ਇੱਕ ਹੀ ਹੈ। ਸੱਚਾ ਸਤਿਗੁਰ ਇੱਕ ਹੀ ਹੈ ਤੇ ਉਹ ਫਿਰ ਆਪਣੇ ਜਨਾਂ ਦੀ ਰਸਨਾ ਤੋਂ ਬੋਲਦਾ ਹੈ, ਕਿਉਂਕਿ ਸਤਿਗੁਰ ਇੱਕੋ ਹੀ ਜੋ ਅਵਿਨਾਸ਼ੀ ਹੈ, ਜੋ ਜਨਮ ਮਰਨ ਤੋਂ ਰਹਿਤਾ ਹੈ, ਜੋ ਸਾਰਿਆਂ 'ਚ ਵਸਦਾ ਹੈ। ਉਹ ਸਤਿਗੁਰ ਜਿਹੜਾ ਹੈ, ਜਿਸ ਨੂੰ ਇਹ ਗਿਆਨ ਦਿੰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ। ਸੋਏ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿਕੇ। ਉਹੀ ਸਤਿਗੁਰ ਪੁਰਖ ਹੈ ਜਿਹਨੇ ਪੰਜ ਦੂਤਾਂ ਨੂੰ ਵਸ ਵਿੱਚ ਕਰ ਦਿੱਤਾ ਹੈ। ਕਿਉਂਕਿ ਜੇ ਕੋਈ ਜੀਵ ਕਹੇ ਵੀ ਮੈਂ ਪੰਜਾਂ ਨੂੰ ਵਸ ਵਿੱਚ ਕਰ ਲਵਾਂਗਾ, ਨਹੀਂ ਕਰ ਸਕਦਾ। ਉਹ ਸਤਿਗੁਰ ਦੀ ਕਿਰਪਾ ਨਾਲ ਹੀ ਇਹ ਸਾਡੇ ਵਸ ਵਿੱਚ ਹੁੰਦੇ ਨੇ। ਸੱਚੇ ਪ੍ਰਭੂ ਦੇ ਸੱਚੇ ਦੀ ਕਿਰਪਾ ਸਦਕਾ। ਜਿਵੇਂ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ, ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਇਨ ਵਿੱਚ ਦੇਉ ਖੜੋਆ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਦਿਨ ਰਾਇਣ ਨਾਮ ਤੇ ਆਇਂਦਾ, ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਆ। ਫਿਰ ਉਸ ਦਾ ਰੂਪ ਹੋ ਜਾਂਦਾ ਹੈ ਜੀ। ਪਰ ਉਸ ਤੋਂ ਬਿਨਾਂ ਸਾਨੂੰ ਇਹਨਾਂ ਤੋਂ ਕੋਈ ਵੀ ਨਹੀਂ ਬਚਾ ਸਕਦਾ। ਉਹੀ ਇਹਨਾਂ ਪੰਜਾਂ ਨੂੰ ਵਸ ਵਿੱਚ ਕਰ ਦਿੰਦਾ ਹੈ। ਜੇ ਬਿਨ ਸਤਿਗੁਰ ਸੇਵੇ ਆਪ ਗਣਾਇਂਦੇ, ਤਿਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਜੇ ਮਹਾਰਾਜ ਸਮਝਾਉਂਦੇ ਨੇ ਕਿ ਸਤਿਗੁਰ ਦਾ ਤਾਂ ਗਿਆਨ ਹੀ ਨਹੀਂ, ਸਤਿਗੁਰ ਦੀ ਤਾਂ ਸੇਵਾ ਹੀ ਨਹੀਂ, ਸਤਿਗੁਰ ਨੂੰ ਹਿਰਦੇ 'ਚ ਵਸਾਇਆ ਹੀ ਨਹੀਂ, ਪ੍ਰਗਟ ਹੀ ਨਹੀਂ ਹੋਇਆ, ਤੇ ਬਿਨਾਂ ਸੇਵਾ ਕੀਤੇ ਆਪਣੇ ਆਪ ਨੂੰ ਕੁਛ ਗਣਾਉਂਦੇ ਨੇ, ਆਪਣੇ ਆਪ ਨੂੰ ਕੁਛ ਜਣਾਉਂਦੇ ਨੇ। ਤੇ ਐਸੇ ਜੀਵ ਫਿਰ ਮਹਾਰਾਜ ਸਮਝਾਉਂਦੇ ਨੇ ਕਿ ਉਹਨਾਂ ਦੇ ਮੂੰਹ ਫਿੱਕੇ ਬਚਨ ਨਿਕਲਦੇ ਨੇ, ਫਿਰ ਜਾਂਦੇ ਨੇ। ਉਹਨਾਂ ਦੇ ਮੁਖ ਤੋਂ ਸੱਚਾ ਬਚਨ ਨਹੀਂ ਨਿਕਲਦਾ, ਕਿਉਂਕਿ ਸੱਚਾ ਬਚਨ ਤਾਂ ਹੀ ਪ੍ਰਾਪਤ ਹੋਣਾ ਸੀ ਜੇ ਸਾਨੂੰ ਸਤਿਗੁਰ ਆਪ ਦਿੰਦਾ। ਪਰ ਉਹ ਉਸ ਦੀ ਸੇਵਾ ਨਹੀਂ ਕੀਤੀ, ਉਹ ਗਿਆਨ ਨਹੀਂ ਲਿਆ। ਇਸ ਕਰਕੇ ਉਹਨਾਂ ਦੇ ਮੁਖ ਤੋਂ ਕਦੇ ਵੀ ਉਹ ਸੱਚੇ ਵਚਨ ਨਹੀਂ ਨਿਕਲ ਸਕਦੇ। ਉਹ ਸਿਰਫ ਆਪਣੇ ਆਪ ਨੂੰ ਝੂਠਾ ਹੀ ਜਣਾਉਂਦੇ ਨੇ। ਉਹ ਬੋਲੇ ਕਿਸੇ ਨਾ ਪਾਵਨੀ, ਮੂੰਹ ਕਾਲੇ ਸਤਿਗੁਰ ਤੇ ਝੁਕੇ। ਉਹਨਾਂ ਦੇ ਮੁਖ ਕਾਲੇ ਨੇ, ਸਤਿਗੁਰ ਤੋਂ ਉਹ ਝੁਕ ਜਾਂਦੇ ਨੇ, ਕਿਉਂਕਿ ਉਸ 'ਤੇ ਵਿਸ਼ਵਾਸ ਨਹੀਂ ਕਰਦੇ। ਫਿਰ ਉਹ ਜੇ ਬੋਲਦੇ ਵੀ ਨੇ, ਕਿਸੇ ਨੂੰ ਨਹੀਂ ਪਾਉਂਦੇ, ਕਿਉਂਕਿ ਉਹਨਾਂ ਸਤਿਗੁਰ ਦੀ ਸੇਵਾ ਨਹੀਂ ਕੀਤੀ। ਪਰ ਜਿਹੜੇ ਗੁਰਸਿੱਖ ਨੇ, ਜਿਨ੍ਹਾਂ ਨੂੰ ਇਹ ਸੋਝੀ ਹੋ ਗਈ, ਉਸ ਨੂੰ ਪਹਿਚਾਣ ਲੈਂਦੇ ਨੇ। ਉਹਨਾਂ ਨੂੰ ਐਸੇ ਜੀਵਾਂ ਦੇ ਬਚਨ ਨਹੀਂ ਪਾਉਂਦੇ। ਸੋ ਆਓ ਹੁਣ ਆਪਾਂ ਥੋੜ੍ਹਾ ਅਭਿਆਸ ਕਰੀਏ, ਕਿਉਂਕਿ ਸਮਾਂ ਵੀ ਥੋੜ੍ਹਾ ਜ਼ਿਆਦਾ ਹੋ ਗਿਆ। ਆਓ, ਕੋਈ ਨਵਾਂ ਜੀਵ ਵੀ ਹੋ ਸਕਦਾ। ਆਪਾਂ 3-4 ਦਿਨ ਤੋਂ ਬਾਅਦ ਲਾਈਵ ਹੋਏ ਹਾਂ। ਆਓ ਸਮਝਣਾ ਹੈ, ਆਪਣੇ ਆਪ ਨੂੰ ਜਾਣਨਾ ਹੈ, ਕਿਉਂਕਿ ਇਹ ਧਿਆਨ ਦਾ ਆਪਾਂ ਅਭਿਆਸ ਕਰਦੇ। ਆਪਣਾ ਜਿਹੜਾ ਮਾਰਗ ਹੈ ਉਹ ਧਿਆਨ ਦਾ ਮਾਰਗ ਹੈ, ਕਿਉਂਕਿ ਆਮ ਜੀਵ ਕੱਲਾ ਗਿਆਨ ਹੀ ਦਿੰਦੇ ਨੇ, ਧਿਆਨ ਦਾ ਨਹੀਂ ਦੱਸਦੇ। ਜੇ ਧਿਆਨ ਦੱਸਦੇ ਵੀ ਨੇ, ਕੋਈ ਅੱਖਾਂ ਮੀਚ ਕੇ ਦੱਸਦਾ ਹੈ, ਕੋਈ ਕੁਛ ਦੱਸਦਾ ਹੈ, ਲੇਕਿਨ ਜੋ ਆਪਣਾ ਮਾਰਗ ਹੈ
जो सतगुਰਾਂ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਉਹ ਮਾਰਗ ਹੈ ਦ੍ਰਿਸ਼ਟੀ ਦਾ। ਨੇਤਰ ਖੋਲ੍ਹ ਕੇ, ਕਿਉਂਕਿ ਨੇਤਰਾਂ ਦੇ ਵਿੱਚ ਜੋਤ ਹੈ, ਨੇਤਰਾਂ ਵਿੱਚ ਮਨ ਹੈ। ਨੇਤਰ ਦੋ ਨੇ, ਇਸ ਕਰਕੇ ਮਨ ਵੀ ਦੋ ਜੋਤਾਂ ਵਿੱਚ ਹੈ। ਹੁਣ ਆਪਾਂ ਆਪਣੇ ਆਪ ਨੂੰ ਪਰਖਣਾ ਹੈ ਕਿ ਸਾਡੀ ਅਵਸਥਾ ਕੀ ਹੈ। ਅਸੀਂ ਇੱਕ ਜੋਤ ਹਾਂ ਜਾਂ ਦੋ ਜੋਤਾਂ ਦੇ ਵਿੱਚ ਮਨ ਹੈ, ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਉਸ ਨੂੰ ਪਰਖਣ ਦੇ ਵਾਸਤੇ ਆਪਾਂ ਕੀ ਕਰਨਾ ਹੈ ਕਿ ਦੋਨਾਂ ਨੇਤਰਾਂ ਨੂੰ, ਇਹ ਦ੍ਰਿਸ਼ਟੀ ਨੂੰ ਇਸ ਪੁਆਇੰਟ 'ਤੇ ਆਪਾਂ ਫੋਕਸ ਕਰਕੇ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇਕਰ ਨੱਕ ਦਿਸਦਾ ਹੈ ਫਿਰ ਅਸੀਂ ਦੋ ਦ੍ਰਿਸ਼ਟ ਹਾਂ, ਜੇ ਨਹੀਂ ਦਿਸਦਾ ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਕਿਸ ਪਾਸੇ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ ਦੋਨੋਂ ਪਾਸੇ ਤੋਂ, ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ, ਪਰ ਹੈ ਮਾਇਆ ਸਾਰੀ। ਜੇ ਨਹੀਂ ਦਿਸਦਾ ਤੇ ਇੱਕ ਦ੍ਰਿਸ਼ਟ ਹਾਂ। ਇਹਨਾਂ ਆਪਣੇ ਆਪ ਨੂੰ ਆਪਾਂ ਪਰਖਣਾ ਹੈ ਪਹਿਲਾਂ। ਫਿਰ ਇਸ ਤੋਂ ਮੈਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ 'ਤੇ ਲਾਉਣਾ ਹੈ, ਆਪਣੇ ਆਪ ਨੂੰ ਪਰਖਣਾ ਹੈ। ਫਿਰ ਮੈਂ ਜਦੋਂ ਕਹਾਂਗਾ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪ ਜੀ ਨੇ ਧਿਆਨ ਸਾਹਮਣੇ ਲੈ ਕੇ ਆਉਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਆਪ ਜੀ ਨੂੰ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਪਲਕਾਂ ਉੱਤੇ ਚੁੱਕ ਦਿਓ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਇੱਥੇ ਫੋਕਸ ਕਰਕੇ ਦੇਖਣਾ ਹੈ। ਅਗਰ ਕੋਈ ਨਵਾਂ ਜੀਵ, ਜੇ ਨੱਕ ਦਿਸਦਾ ਹੈ ਪਹਿਲਾਂ, ਫਿਰ ਜਦੋਂ ਵਾਪਸ ਆ ਕੇ ਇੱਥੇ ਧਿਆਨ ਲਾ ਕੇ ਦੇਖਣਾ ਹੈ। ਜੇਕਰ ਫਿਰ ਨਜ਼ਰ ਨਾ ਆਇਆ ਫਿਰ ਅਸੀਂ ਇੱਕ ਦ੍ਰਿਸ਼ਟ ਹੋ ਗਏ, ਜਿੱਥੇ ਸਾਡਾ ਮਨ ਦੇਵਤਾ ਅਵਸਥਾ ਵਿੱਚ ਚਲੇ ਜਾਂਦਾ ਹੈ। ਉਸ ਤੋਂ ਬਾਅਦ ਫਿਰ ਆਪਾਂ ਧਿਆਵਾਂਗੇ। ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੀਏ। और ध्यान सामने लेके आओ, सामने देखो। मस्तक के सामने लै जो, पलका उत्ते चुक। फिर सामने लेके आओ ध्यान। फिर नक ते ला के देखो, दृष्टि फोकस करके सम करके फिर इस पॉइंट ते देखो, अपने प्रकाश रूप नूं देखो। अगर कोई नवा जीव जे नक दिसदा सी पहला,
ਉਹ ਹੁਣ ਇਹ ਦੇਖੋ ਕਿ ਦਿਸਣੋਂ ਹਟ ਗਿਆ, ਇੱਕ ਦ੍ਰਿਸ਼ਟ ਹੋ ਗਿਆ। ਧਿਆਨ ਨੀਚੇ ਲੈ ਜਾਓ ਹੁਣ। नीचे जिथे आप बैठे हाँ थले जो चादर विछी है, फर्श विछे, जो भी है थले जिथे आप बैठे हाँ, सामने उस तो थोड़ा ऊपर ध्यान लगाना है। बिल्कुल रिलैक्स देखना है। इत्थे सानू प्रकाश अनुभव होना शुरू होएगा, जिमें पानी दी लहरां हुंदियां ने, सरोवर दे विच जल दी लहरां, तरंगा, इदां ही सानू इत्थे प्रकाश दी हलचल अनुभव होनी शुरू होएगी। फिर सम करके देखिए अपने आप को, दृष्टि फोकस करके अपने आप को देखिए। फिर नीचे ले जो ध्यान, फिर सम करके देखिए अपने आप को।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਆਪਣੇ ਆਪ ਨੂੰ ਇਸ ਪੁਆਇੰਟ ਤੇ ਸਮ ਕਰਕੇ ਦੇਖਣਾ ਹੈ, ਫਿਰ ਨੀਚੇ ਲੈ ਜਾਣਾ ਹੈ, ਫਿਰ ਇੱਥੇ ਸਮ ਕਰਨਾ ਹੈ। ਇੱਦਾਂ ਬਾਰ-ਬਾਰ ਆਪਾਂ ਅਭਿਆਸ ਕਰਨਾ ਹੈ। ਇਹਦੇ ਕਰਦੇ ਕਰਦੇ ਸਾਨੂੰ ਕੀ ਹੋਏਗਾ, ਸਾਡਾ ਮੁੱਖ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ, ਮੁੱਖ ਉਜਲ ਹੋਣਾ ਸ਼ੁਰੂ ਹੋ ਜਾਏਗਾ। ਆਪਣੇ ਪ੍ਰਕਾਸ਼ ਰੂਪ ਨੂੰ ਦੇਖ ਕੇ ਅਸੀਂ ਸਾਰੇ ਪਾਸੇ ਹੀ ਪ੍ਰਕਾਸ਼ ਦੀ ਪਹਿਚਾਣ ਕਰ ਸਕਦੇ ਹਾਂ, ਜਿਸ ਨੂੰ ਆਦਿ ਸੱਚ ਕਿਹਾ ਹੈ, ਨਿਰੰਕਾਰ ਕਿਹਾ ਹੈ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।